ਪਿਆਰੇ ਦਰਸ਼ਕੋ, ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਗੱਲ ਕਰ ਰਹੇ ਹਾਂ ਭਾਰਤੀ ਕਾਵਿ ਸ਼ਾਸਤਰ ਬਾਰੇ, ਤੇ ਅੱਜ ਉਸੇ ਦੀ ਨਿਰੰਤਰਤਾ ਦੇ ਵਿੱਚ ਅਗਲੀ ਗੱਲ ਆਪਾਂ ਕਰਾਂਗੇ ਅਲੰਕਾਰ ਬਾਰੇ। ਅਲੰਕਾਰ ਕਿਹਨਾਂ ਦਾ ਦਿੱਤਾ ਹੋਇਆ ਸਿਧਾਂਤ ਆ ਤੇ ਅਲੰਕਾਰ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਤੇ ਇਸ ਦਾ ਪ੍ਰਯੋਜਨ ਕੀ ਆ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਅੱਜ ਵੀ ਆਪਾਂ ਚਰਚਾ ਕਰਾਂਗੇ। ਤੇ ਸਰ, ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਰਜਿੰਦਰ ਸਿੰਘ। ਤੁਹਾਡੀ ਮੈਂ ਜਿਹੜੀ ਜਾਣ ਪਛਾਣ ਇਸ ਲਈ ਨਹੀਂ ਕਰਾਈ ਕਿਉਂਕਿ ਮੇਰੇ ਖਿਆਲ ਵਿਦਿਆਰਥੀ ਤੇ ਸਾਰੇ ਦਰਸ਼ਕ ਤੁਹਾਨੂੰ ਜਾਣਦੇ ਹੈ। ਠੀਕ ਹੈ ਜੀ। ਠੀਕ ਹੈ। ਤੇ ਸਰ, ਅਸਲ ਦੇ ਵਿੱਚ ਜਿਹੜਾ ਅਲੰਕਾਰ ਆ, ਅਲੰਕਾਰ ਦੇ ਬਾਰੇ ਜਿਹੜਾ, ਕਿਉਂਕਿ ਭਾਰਤੀ ਕਾਵਿ ਸ਼ਾਸਤਰ ਦਾ ਇਹ ਵੀ ਇੱਕ ਦਿੱਤਾ ਹੋਇਆ ਸਿਧਾਂਤ ਆ, ਉਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ। ਤੇ ਅਲੰਕਾਰ ਸਰ, ਉਸ ਨੂੰ ਸਮਝਣਾ ਤਾਂ ਫਿਰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਜੀ, ਤੇ ਸਾਨੂੰ ਉਸ ਦੀ ਮੁੱਢਲੀ ਜਾਣਕਾਰੀ ਇੱਕ ਵਾਰੀ ਦਿਓ ਤੇ ਫਿਰ ਉਸ ਤੋਂ ਅਗਲੀਆਂ ਗੱਲਾਂ ਜੀ। ਡਾਕਟਰ ਰਜਿੰਦਰ ਸਿੰਘ, ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਵੀ ਸ਼ਾਸਤਰੀ ਮਰਿਆਦਾ ਅਨੁਸਾਰ ਦਿੱਤੇ ਸਿਧਾਂਤ ਨੂੰ ਸਮਝਦੇ ਹਾਂ ਤਾਂ ਉਸ ਸ਼ਬਦ ਦੇ ਅਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੀ। ਅਲੰਕਾਰ ਸ਼ਬਦ ਦਾ ਸਹਿਜ ਰੂਪ ਦੇ ਵਿੱਚ ਅਰਥ ਇਹ ਲਿਆ ਜਾਂਦਾ ਹੈ, ਇਸ ਨੂੰ ਗਹਿਣਾ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਸਾਹਿਤ ਦੇ ਵਿੱਚ ਅਲੰਕਾਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਾਡੇ ਕੋਲੇ ਸਾਹਿਤ ਦਾ ਮਾਧਿਅਮ ਸ਼ਬਦ ਹੈ। ਸ਼ਬਦ ਰੂਪੀ ਗਹਿਣੇ ਰਾਹੀਂ ਜਦੋਂ ਕਿਸੇ ਵੀ ਰਚਨਾ ਨੂੰ ਸਜਾਇਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਅਲੰਕ੍ਰਿਤ ਕਰਨਾ ਕਹਿੰਦੇ ਹਾਂ। ਬੁਨਿਆਦੀ ਤੌਰ ਤੇ ਜੇ ਅਸੀਂ ਭਾਰਤੀ ਪਰੰਪਰਾ ਦੀ ਗੱਲ ਕਰੀਏ ਤਾਂ ਇਹ ਸੰਸਕ੍ਰਿਤ ਦੇ ਵਿੱਚੋਂ ਆਇਆ ਹੋਇਆ ਸ਼ਬਦ ਹੈ। ਜਿਸ ਪ੍ਰਕਾਰ ਮੰਦਿਰ ਦੇ ਵਿੱਚ ਕੋਈ ਵੀ ਪੁਜਾਰੀ ਆਪਣੀਆਂ ਮੂਰਤੀਆਂ ਨੂੰ ਗਹਿਣੇ ਪਾ ਕੇ ਸਜਾਉਂਦਾ ਹੈ, ਉਸ ਨੂੰ ਅਲੰਕ੍ਰਿਤ ਕਰਨਾ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਹੀ ਕੋਈ ਜਦੋਂ ਕਵੀ ਆਪਣੀ ਰਚਨਾ ਦੇ ਵਿੱਚ ਸ਼ਬਦਾਂ ਦੇ ਮਾਧਿਅਮ ਰਾਹੀਂ ਆਪਣੀ ਰਚਨਾ ਨੂੰ ਸਜਾਉਣ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਅਸੀਂ ਅਲੰਕਾਰ ਆਖਦੇ ਹਾਂ। ਭਾਰਤੀ ਪਰੰਪਰਾ ਦੇ ਵਿੱਚ ਜਿਹੜੇ ਸਾਡੇ ਚਿੰਤਕ ਭਾਮੇ ਆ, ਉਹਨਾਂ ਨੇ ਆਪਣਾ ਜਿਹੜਾ ਗ੍ਰੰਥ ਅਲੰਕਾਰ ਸ਼ਾਸਤਰ ਲਿਖਿਆ, ਉਸ ਦੇ ਵਿੱਚ ਅਲੰਕਾਰ ਦੇ ਵਿਧੀ ਵਿਧਾਨ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸ਼ੁਰੂ ਦੇ ਵਿੱਚ ਭਾਰਤੀ ਕਾਵਿ ਸ਼ਾਸਤਰ, ਜਾਂ ਅਸੀਂ ਇਹ ਕਹਿ ਦਈਏ ਕਿ ਸੰਸਕ੍ਰਿਤ ਆਲੋਚਨਾ ਨੂੰ ਸਮਝਣ ਵਾਸਤੇ ਇਸ ਸਾਰੇ ਦਾ ਨਾਂ ਹੀ ਅਲੰਕਾਰ ਸ਼ਾਸਤਰ ਰੱਖਿਆ ਗਿਆ ਸੀ। ਉਸ ਤੋਂ ਬਾਅਦ ਇਹਦਾ ਕੁਝ ਸਦੀਆਂ ਬਾਅਦ ਨਾਂ ਹੈ ਜਿਹੜਾ ਫਿਰ ਇਹ ਭਾਰਤੀ ਕਾਵਿ ਸ਼ਾਸਤਰ ਪਿਆ ਤੇ ਇਹ ਹੁਣ ਭਾਰਤੀ ਕਾਵਿ ਸ਼ਾਸਤਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿਹੜੀਆਂ 6 ਪ੍ਰਮੁੱਖ ਸੰਪਰਦਾਵਾਂ ਭਾਰਤੀ ਕਾਵਿ ਸ਼ਾਸਤਰ ਨੂੰ ਸਮਝਣ ਵਿੱਚ ਸਹਾਈ ਹੁੰਦੀਆਂ, ਉਹਨਾਂ ਚੋਂ ਸ਼ਬਦ ਨੂੰ ਆਧਾਰ ਬਣਾ ਕੇ ਰਚਨਾ ਦਾ ਅਧਿਐਨ ਕਰਨ ਵਾਲੀ ਜਿਹੜੀ ਪ੍ਰਮੁੱਖ ਵਿਧੀ ਹੈ, ਉਹਨਾਂ ਵਿੱਚੋਂ ਇੱਕ ਵਿਧੀ ਨੂੰ, ਇੱਕ ਸ਼ਾਸਤਰ ਨੂੰ, ਇੱਕ ਪ੍ਰਣਾਲੀ ਨੂੰ ਅਸੀਂ ਅਲੰਕਾਰ ਸ਼ਾਸਤਰ ਦੇ ਅੰਤਰਗਤ ਰੱਖ ਕੇ ਵਿਚਾਰਦੇ ਹਾਂ ਜੀ। ਯਾਨੀ ਅਲੰਕਾਰ ਸ਼ਬਦਾਂ ਨੂੰ ਸਜਾਉਣ, ਜਿਹੜੇ ਸਜੇ ਹੋਏ ਸ਼ਬਦ ਅਲੰਕਾਰ ਰਾਹੀਂ ਸਜਾਏ ਜਾਂਦੇ। ਬਿਲਕੁਲ, ਕਿਸੇ ਰਚਨਾ ਨੂੰ ਅਲੰਕ੍ਰਿਤ ਕਰਨ ਵਾਸਤੇ, ਸਜਾਉਣ ਵਾਸਤੇ ਸ਼ਬਦ ਨੂੰ ਮਾਧਿਅਮ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸੇ ਕਰਕੇ ਜਿਹੜਾ ਅਲੰਕਾਰ ਸ਼ਾਸਤਰ ਹੈ, ਇਸ ਨੂੰ ਸ਼ਬਦ ਦੀ ਵਿਧਾ ਵੀ ਕਿਹਾ ਜਾਂਦਾ ਹੈ। ਸ਼ਬਦ ਦੀ ਵਿਧਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਲੰਕਾਰ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਇਸ ਨੂੰ 3 ਕੋਟੀਆਂ ਜਾਂ 3 ਹਿੱਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਹੈ। ਅਲੰਕਾਰ ਨੂੰ ਸ਼ਬਦ ਅਤੇ ਅਰਥ ਦੇ ਸਹਿ ਹੋਂਦ, ਸੰਜੋਗ, ਆਪਸੀ ਸੁਮੇਲ, ਆਪਸੀ ਭਾਵਨਾਤਮਕ ਸੰਬੰਧ ਦੇ ਤੌਰ ਤੇ ਦੇਖਿਆ ਜਾਂਦਾ ਹੈ। ਜਿਹੜਾ ਰਚਨਾ ਦੇ ਵਿੱਚ ਜਿਹੜਾ ਅਲੰਕਾਰ ਹੈ, ਇਸ ਨੂੰ 3 ਹਿੱਸਿਆਂ ਦੇ ਵਿੱਚ ਵੰਡ ਕੇ ਦੇਖਿਆ ਜਾਂਦਾ ਹੈ। ਸਭ ਤੋਂ ਪਹਿਲੀ ਕੋਟੀ ਇਹਦੇ ਵਿੱਚ ਇਹ ਆ ਜਾਂਦੀ ਹੈ ਜਿਹਨੂੰ ਸ਼ਬਦ ਅਲੰਕਾਰ ਕਿਹਾ ਜਾਂਦਾ ਹੈ। ਦੂਸਰੀ ਕੋਟੀ ਦੇ ਵਿੱਚ ਸ਼ਬਦ ਦਾ ਮੂਲ ਭਾਵ ਹੀ ਇਹ ਹੁੰਦਾ ਹੈ, ਜਾਂ ਸ਼ਬਦ ਬਣਦਾ ਹੀ ਕੋਈ ਤਾਂ ਹੈ ਜੇ ਉਹਦਾ ਕੋਈ ਅਰਥ ਹੋਵੇ, ਤਾਂ ਦੂਸਰੀ ਕੋਟੀ ਸ਼ਬਦ ਦੀ ਅਰਥ ਅਲੰਕਾਰ ਦੇ ਰੂਪ ਦੇ ਵਿੱਚ ਦੇਖੀ ਜਾਂਦੀ ਹੈ। ਤੇ ਤੀਸਰਾ ਦੋਨਾਂ ਦਾ ਸੰਯੋਗ ਕਰਕੇ ਸ਼ਬਦ ਤੇ ਅਰਥ ਦੀ ਸਹਿ ਹੋਂਦ ਨਾਲ ਉਹਨੂੰ ਸ਼ਬਦਾਰਥ ਅਲੰਕਾਰ ਕਿਹਾ ਜਾਂਦਾ ਹੈ। ਇਹ 3 ਪ੍ਰਮੁੱਖ ਕੋਟੀਆਂ ਰਾਹੀਂ ਅਸੀਂ ਅਲੰਕਾਰ ਵਿਧਾਨ ਨੂੰ, ਅਲੰਕਾਰ ਸ਼ਾਸਤਰ ਨੂੰ ਸਮਝ ਸਕਦੇ ਹਾਂ। ਯਾਨੀ ਸਾਡੇ ਕੋਲੇ ਜਿਹੜੇ ਅਲੰਕਾਰ ਦੇ ਅੱਗੇ ਜਿਹੜੀਆਂ 3 ਵਿਧੀਆਂ ਰਾਹੀਂ ਜਾਂ 3 ਤਰ੍ਹਾਂ ਦੇ ਨਾਲ ਸਮਝ ਸਕਦੇ ਹਾਂ, ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਸ਼ਬਦਾਰਥ ਅਲੰਕਾਰ। ਬਿਲਕੁਲ ਬਿਲਕੁਲ। ਤੇ ਸਰ, ਇਹਦੇ ਵਿੱਚ ਸ਼ਬਦ ਅਲੰਕਾਰ ਬਾਰੇ ਜਦੋਂ ਅਸੀਂ ਸ਼ਬਦ ਅਲੰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਹਿਤ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਸ਼ਬਦ ਦੀ ਚੋਣ ਕਰਦੇ ਹਾਂ, ਉਹ ਸਾਨੂੰ ਕਿਸੇ ਨਾ ਕਿਸੇ ਖਾਸ ਭਾਵ ਦਾ ਪ੍ਰਗਟਾ ਕਰਦਾ ਹੋਇਆ ਰਚਨਾ ਦੇ ਅਰਥਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਕਿਸੇ ਰਚਨਾ ਦੀ ਸਜਾਵਟ ਵਾਸਤੇ ਇੱਕ ਖਾਸ ਸ਼ਬਦ ਹੈ ਜਿਹੜਾ ਉਹ ਇਸ ਪ੍ਰਕਾਰ ਉਸ ਰਚਨਾ ਦੇ ਵਿੱਚ ਪੇਸ਼ ਕੀਤਾ ਜਾਵੇ ਜਿਹਦੇ ਨਾਲ ਰਚਨਾ ਦੇ ਅਰਥ ਹੈ ਜਿਹੜੇ ਉਹ ਜ਼ਿਆਦਾ ਉਗੜਵੇਂ ਰੂਪ ਦੇ ਵਿੱਚ ਸਾਹਮਣੇ ਆਉਣ, ਅਤੇ ਉਹ ਸ਼ਬਦ ਹੈ ਜਿਹੜਾ ਉਹ ਇਸ ਕਿਸਮ ਦੀ ਕੇਂਦਰੀ ਭੂਮਿਕਾ ਨਿਭਾਵੇ ਜਿਹਦੇ ਨਾਲ ਰਚਨਾ ਹੈ ਜਿਹੜੀ ਉਹਦੀ ਖੂਬਸੂਰਤੀ ਵਿੱਚ ਵਾਧਾ ਹੋਵੇ, ਉਸ ਨੂੰ ਅਸੀਂ ਸ਼ਬਦ ਅਲੰਕਾਰ ਕਹਿੰਦੇ ਹਾਂ। ਉਦਾਹਰਨ ਵਜੋਂ ਸਾਡੇ ਬਹੁਤ ਸਾਰਾ ਸਾਹਿਤ, ਖਾਸ ਕਰਕੇ
ਜੇ ਅਸੀਂ ਪੰਜਾਬੀ ਨਾਲ ਜੁੜੇ ਗੱਲ ਕਰੀਏ ਤਾਂ ਗੁਰਮਤਿ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਨੇ, ਬਹੁਤ ਸਾਰੀਆਂ ਥਾਵਾਂ ਤੇ ਗੁਰੂ ਅਰਜਨ ਦੇਵ ਜੀ ਨੇ। ਜਿਸ ਤਰੀਕੇ ਨਾਲ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਰਚਨਾ ਜਪਜੀ ਸਾਹਿਬ ਦੇ ਵਿੱਚੋਂ ਉਦਾਹਰਨ ਦਈਏ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਸਾਨੂੰ ਮਤਲਬ ਉਦਾਹਰਨਾਂ ਮਿਲ ਜਾਂਦੀਆਂ, ਜਿਵੇਂ ਹੁਕਮ ਵਾਲੀ ਪੌੜੀ ਹੈ, ਕੇਤੇ ਵਾਲੀ ਪੌੜੀ ਹੈ, ਜਾਂ ਮੰਨਣ ਵਾਲੀ ਪੌੜੀ ਹੈ। ਉਹ ਸਾਰੀਆਂ ਦੇ ਵਿੱਚ ਇੱਕ ਸ਼ਬਦ ਹੈ ਜਿਹੜਾ ਉਹ ਵਾਰ-ਵਾਰ ਦੁਹਰਾ ਦੇ ਨਾਲ ਆਈ ਜਾਂਦਾ ਹੈ। ਉਹ ਸ਼ਬਦ ਹੈ ਜਿਹੜਾ ਰਚਨਾ ਦੇ ਵਿੱਚ ਇੱਕ ਖਾਸ ਕਿਸਮ ਦੀ ਲੈਆਤਮਕਤਾ ਲੈ ਕੇ ਆਉਂਦਾ ਹੈ, ਰਚਨਾ ਦੇ ਵਿੱਚ ਇੱਕ ਕਿਸਮ ਦੀ ਸੁਰ ਲੈ ਕੇ ਆਉਂਦਾ ਹੈ। ਉਸ ਦੇ ਆਧਾਰ ਤੇ ਜਦੋਂ ਅਸੀਂ ਰਚਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਸ਼ਬਦ ਅਲੰਕਾਰ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਇਸ ਕਿਸਮ ਨਾਲ ਸ਼ਬਦ ਗਾਵੇ ਕੇ ਜਦੋਂ ਵਾਰ-ਵਾਰ ਆਉਂਦਾ ਤਾਂ ਉਹ ਸ਼ਬਦ ਨਾਲ ਜਿਹੜੀ ਖਾਸ ਕਿਸਮ ਦੀ ਇੱਕ ਲੈ, ਧੁਨ, ਇੱਕ ਖਾਸ ਕਿਸਮ ਦੇ ਵਿਚਾਰਾਂ ਨੂੰ ਸੰਚਾਰਿਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਨੂੰ ਜਦੋਂ ਅਸੀਂ ਦੇਖਣਾ ਹੋਵੇ ਤਾਂ ਇਸ ਨੂੰ ਅਸੀਂ ਸ਼ਬਦ ਅਲੰਕਾਰ ਦੇ ਅੰਤਰਗਤ ਰੱਖ ਕੇ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਤੇ ਸਰ ਸ਼ਬਦ ਅਲੰਕਾਰ ਦੀਆਂ ਅੱਗੋਂ ਵੀ ਕਿਸਮਾਂ ਬਣ ਜਾਂਦੀਆਂ ਜੀ, ਜਿਸ ਤਰ੍ਹਾਂ ਜਿਵੇਂ ਤੁਸੀਂ ਇੱਕ ਸ਼ਬਦ ਜੇਕਰ ਰਿਪੀਟ ਹੁੰਦਾ ਉਸ ਦੇ ਵਿੱਚ ਜਾਂ ਜ਼ਿਆਦਾ ਸ਼ਬਦ ਹੁੰਦੇ ਆ ਤੇ ਉਸ ਦੇ ਆਧਾਰ ਤੇ ਵੀ ਆਪਾਂ ਵੰਡਿਆ ਜਾ ਸਕਦਾ। ਹਾਂ, ਜੇ ਇੱਕ ਸ਼ਬਦ ਨੂੰ ਅਸੀਂ ਵਾਰ-ਵਾਰ ਲੈ ਕੇ ਆਉਣੇ ਆ ਤਾਂ ਉਸ ਨੂੰ ਸ਼ਬਦ ਅਲੰਕਾਰ ਨੂੰ ਅੱਗਿਓਂ ਅਸੀਂ ਸਮਝਣ ਵਾਸਤੇ 3 ਕੋਟੀਆਂ ਦੇ ਵਿੱਚ ਵੰਡ ਲੈਂਦੇ ਆ। ਸਭ ਤੋਂ ਪਹਿਲੀ ਕੋਟੀ ਦੇ ਵਿੱਚ ਰੱਖਦੇ ਹਾਂ ਅਸੀਂ ਅਨੁਪਰਾਸ ਨੂੰ, ਦੂਸਰੀ ਕੋਟੀ ਦੇ ਵਿੱਚ ਅਸੀਂ ਰੱਖਦੇ ਹਾਂ ਯਮਕ, ਤੀਸਰੀ ਕੋਟੀ ਦੇ ਵਿੱਚ ਅਸੀਂ ਰੱਖਦੇ ਹਾਂ ਸਲੇਸ਼। ਅਨੁਪਰਾਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਇੱਕ ਸ਼ਬਦ ਹੈ ਜਿਹੜਾ ਉਹ ਵਾਰ-ਵਾਰ ਦੁਹਰਾਇਆ ਜਾਵੇ। ਜਿਹੜੇ ਭਾਰਤੀ ਕਾਵਿ ਸ਼ਾਸਤਰ ਦੇ ਰਚੈਤਾ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਹੈ, ਉਹਨਾਂ ਨੇ ਆਪਣੀ ਪੁਸਤਕ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਅਨੁਪਰਾਸ ਦੀ ਉਦਾਹਰਨ ਹੈ ਜਿਹੜੀ ਉਹ ਵੀ ਗੁਰਬਾਣੀ ਦੇ ਵਿੱਚੋਂ ਦਿੱਤੀ ਹੋਈ ਹੈ। ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੱਤੀ ਕਰਤਾਰੀ ਦੇ। ਦਰਸ਼ਨ ਪਰਸਨ ਹਰਸਨ ਸਰਸਨ ਜਦੋਂ ਸ਼ਬਦ ਲਗਾਤਾਰ ਆਉਂਦਾ ਹੈ, ਲੈ ਪੈਦਾ ਕਰਦਾ ਹੈ, ਇਸੇ ਨੂੰ ਅਨੁਪਰਾਸ ਕਿਹਾ ਜਾਂਦਾ ਹੈ। ਇਹ ਅਨੁਪਰਾਸ ਦੀ ਉਦਾਹਰਨ ਹੈ। ਇਸ ਰਾਹੀਂ ਅਨੁਪਰਾਸ ਪੈਦਾ ਹੁੰਦਾ ਹੈ। ਇਸ ਨੂੰ ਅਨੁਪਰਾਸ ਅਲੰਕਾਰ ਦੇ ਅੰਤਰਗਤ ਅਸੀਂ ਰੱਖ ਕੇ ਦੇਖਦੇ ਹਾਂ। ਜਿਹੜਾ ਯਮਕ ਅਲੰਕਾਰ ਦਾ ਸ਼ਬਦ ਅਲੰਕਾਰ ਦਾ ਅੰਗ ਹੈ, ਉਸ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ ਸ਼ਬਦ ਦਾ ਜਿਸ ਤਰੀਕੇ ਨਾਲ ਇਸ ਅਨੁਪਰਾਸ ਵਾਲੇ ਦੇ ਵਿੱਚ ਸਾਰੇ ਸ਼ਬਦਾਂ ਦੇ ਅਰਥ ਹੈ, ਦਰਸ਼ਨ ਪਰਸਨ ਹਰਸਨ ਸਰਸਨ, ਸਾਰੇ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੈ। ਕਈ ਵਾਰੀ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ ਪਰ ਉਹ ਲੈ ਪੈਦਾ ਕਰ ਦਿੰਦਾ ਹੈ। ਸਿਰਫ ਅਸੀਂ ਗੁਰਬਾਣੀ ਦੀ ਗੱਲ ਨਹੀਂ ਕਰਦੇ, ਜੇ ਅਸੀਂ ਆਧੁਨਿਕ ਸਾਹਿਤ ਦੀ ਵੀ ਗੱਲ ਕਰੀਏ, ਅੱਜ ਕੱਲ ਗੀਤ ਹੈ ਜਿਹੜੇ ਉਹ ਵੀ ਸਾਹਿਤ ਦਾ ਹਿੱਸਾ ਹੈ। ਫਾਰ ਐਗਜ਼ਾਮਪਲ ਸਾਡੇ ਗੀਤਾਂ ਦੇ ਵਿੱਚ ਇੱਕ ਸ਼ਬਦ ਵਾਰ-ਵਾਰ ਦੁਹਰਾਇਆ ਜਾਂਦਾ ਹੈ, ਤੂਤਕ ਤੂਤਕ ਤੂਤੀਆਂ ਹਈ ਜਮਾਲੋ। ਵਾਰ-ਵਾਰ ਸ਼ਬਦ ਇਹ ਵਰਤਿਆ ਜਾਂਦਾ ਹੈ, ਤੂਤਕ ਤੂਤਕ ਤੂਤੀਆਂ, ਤੂਤਕ ਤੂਤਕ ਤੂਤੀਆਂ। ਇਹ ਸ਼ਬਦ ਦਾ ਭਾਵੇਂ ਸਿੱਧੇ ਤੌਰ ਤੇ ਕੋਈ ਅਰਥ ਨਹੀਂ ਹੁੰਦਾ ਪਰ ਉਸ ਬਾਕੀ ਰਚਨਾ ਦੇ ਅਰਥਾਂ ਨੂੰ, ਬਾਕੀ ਰਚਨਾ ਦੀ ਖੂਬਸੂਰਤੀ ਨੂੰ, ਬਾਕੀ ਰਚਨਾ ਨੂੰ ਲੈ ਦੇਣ ਲਈ ਜਦੋਂ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਇਹ ਯਮਕ ਅਲੰਕਾਰ ਹੈ। ਇਸੇ ਤਰੀਕੇ ਨਾਲ ਅੱਗੇ ਸ਼ਬਦ ਦਾ ਇੱਕ ਹੋਰ ਹਿੱਸਾ ਆਉਂਦਾ ਸ਼ਬਦ ਅਲੰਕਾਰ ਦਾ, ਉਸ ਨੂੰ ਅਸੀਂ ਸਲੇਸ਼ ਆਖਦੇ ਹਾਂ। ਸਲੇਸ਼ ਉਹ ਹੁੰਦਾ ਜਿੱਥੇ ਇੱਕੋ ਸ਼ਬਦ ਹੈ ਜਿਹੜਾ ਉਹਨੂੰ ਬਹੁ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ। ਜਦੋਂ ਰਚਨਾ ਦੇ ਵਿੱਚ ਸ਼ਬਦ ਤਾਂ ਇੱਕੋ ਹੀ ਵਰਤਿਆ ਜਾਂਦਾ ਹੈ ਪਰ ਉਹਦੀ ਵਰਤੋਂ ਤੋਂ ਬਾਅਦ ਉਸ ਦੇ ਅਰਥ ਹੈ ਜਿਹੜੇ ਉਹ ਵੱਖਰੇ ਵੱਖਰੇ ਹੁੰਦੇ ਜਾਂਦੇ ਆ। ਵੱਟੇ ਵੱਟ ਜਾਂਦੀ ਪੈਣ ਕਾਲਜੇ ਨੂੰ ਵੱਟ, ਜਦੋਂ ਉਹਨਾਂ ਨੂੰ ਦੇਖਿਆ ਤਾਂ ਮਨ ਖਾ ਗਿਆ ਵੱਟ, ਉਹਨਾਂ ਆ ਕੇ ਆਖਿਆ ਅਸੀਂ ਕੱਢ ਦੇਵਾਂਗੇ ਵੱਟ। ਸ਼ਬਦ ਹੈ ਜਿਹੜਾ ਵੱਟ ਇੱਕੋ ਹੀ ਹੈ, ਉਸ ਦੇ ਕਿਸ ਤਰੀਕੇ ਨਾਲ ਵਰਤੋਂ ਦੇ ਵਿੱਚ ਅਲੱਗ-ਅਲੱਗ ਅਰਥ ਕੀਤੇ ਗਏ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਲੇਸ਼ ਅਲੰਕਾਰ ਦੇ ਅੰਤਰਗਤ ਆਉਂਦਾ ਹੈ। ਇਸ ਕਰਕੇ ਅਸੀਂ ਜਦੋਂ ਸ਼ਬਦ ਅਲੰਕਾਰ ਨੂੰ ਸਮਝਦੇ ਹਾਂ ਤਾਂ ਇੱਕ ਨਿਰੰਤਰਤਾ ਦੇ ਵਿੱਚ ਸ਼ਬਦਾਂ ਦੀ ਅਰਥ ਭਰਪੂਰ ਵਰਤੋਂ ਕਰਨ ਨੂੰ ਅਨੁਪਰਾਸ ਕਹਿੰਦੇ ਆ। ਬਿਨ ਅਰਥ ਤੋਂ ਸਿਰਫ ਰਿਦਮ ਜਾਂ ਲੈ ਪੈਦਾ ਕਰਨ ਲਈ ਵਰਤੇ ਗਏ ਸ਼ਬਦਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਯਮਕ ਹੈ। ਜਦੋਂ ਇੱਕੋ ਸ਼ਬਦ ਨੂੰ ਬਹੁ ਅਰਥਾਂ ਦੇ ਵਿੱਚ ਕਿਸੇ ਰਚਨਾ ਦੇ ਵਿੱਚ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਸਲੇਸ਼ ਅਲੰਕਾਰ ਦੇ ਅੰਤਰਗਤ ਰੱਖ ਕੇ ਵਿਚਾਰ ਸਕਦੇ ਹਾਂ। ਜੀ, ਇਸੇ ਤਰ੍ਹਾਂ ਹੀ ਸਰ ਜਿਵੇਂ ਤੁਸੀਂ ਸਾਨੂੰ ਇਸ ਦੀਆਂ ਉਦਾਹਰਨਾਂ ਸਹਿਤ ਸਮਝਾਇਆ ਤੇ ਸਾਨੂੰ ਅਰਥ ਅਲੰਕਾਰ ਬਾਰੇ ਵੀ ਇਸੇ ਤਰ੍ਹਾਂ। ਹਾਂ, ਜਿਹੜਾ ਅਰਥ ਅਲੰਕਾਰ ਹੈ, ਅਰਥ ਅਲੰਕਾਰ ਦੇ ਵਿੱਚ ਜਦੋਂ ਕਿਸੇ ਰਚਨਾ ਦੇ ਸ਼ਬਦ ਦੀ ਬਜਾਏ ਉਸ ਦੇ ਅਰਥ ਹੈ ਜਿਹੜੇ ਉਹਨਾਂ ਰਾਹੀਂ ਰਚਨਾ ਵਿੱਚ ਖੂਬਸੂਰਤੀ ਪੈਦਾ ਹੋਵੇ। ਉੱਥੇ ਸ਼ਬਦ ਕਿਸ ਪ੍ਰਕਾਰ ਵਰਤਿਆ ਗਿਆ ਇਸ ਨੂੰ ਆਧਾਰ ਨਹੀਂ ਬਣਾਇਆ ਜਾਂਦਾ ਬਲਕਿ ਅਰਥ ਦੇ ਵਿੱਚੋਂ ਕਿਸ ਕਿਸਮ ਦੇ ਭਾਵ ਪੈਦਾ ਹੁੰਦੇ।
ਜਿਸ ਤਰੀਕੇ ਨਾਲ ਇਹ ਖੁੱਲੀ ਕਵਿਤਾ ਦੇ ਵਿੱਚ ਵੀ ਵਰਤੇ ਜਾਂਦੇ ਆ। ਪ੍ਰੋਫੈਸਰ ਪੂਰਨ ਸਿੰਘ ਦੀ ਖੁੱਲੀ ਕਵਿਤਾ ਹੈ, ਆ ਵੀਰਾ ਰਾਂਝਿਆ ਆ ਭੈਣੇ ਹੀਰੇ ਛੋੜ ਨਾ ਜਾਣਾ ਤੁਝ ਬਿਨ ਅਸੀਂ ਸਖਣੇ। ਇੱਥੇ ਜਿਹੜੇ ਸ਼ਬਦ ਹੈ ਉਹਨਾਂ ਦੇ ਵਿੱਚ ਕਿਤੇ ਵੀ ਉਸ ਕਿਸਮ ਦੀ ਲੈ ਨਹੀਂ ਹੈ, ਪਰ ਇਹਦੇ ਅਰਥਾਂ ਦੇ ਵਿੱਚ ਖਾਸ ਕਿਸਮ ਦਾ ਇੱਕ ਅੰਦਾਜ਼ ਹੈ ਜਿਸ ਰਾਹੀਂ ਉਹ ਜਿਹੜੇ ਅਰਥ ਹੈ ਉਹ ਵਿਸ਼ੇਸ਼ ਕਿਸਮ ਦੀ ਲੈ ਪੈਦਾ ਕਰਦੇ ਆ। ਜਾਂ ਬਾਬਾ ਫਰੀਦ ਦੀਆਂ ਪੰਕਤੀਆਂ, ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਅੱਜ ਡਿੱਠ ਕੱਜਲ ਰੇਖ ਨਾ ਸਹਿੰਦੀਆਂ ਪੰਛੀ ਸੋਇਨ ਬਿਹਟ। ਇਹਦੇ ਵਿੱਚ ਕੀ ਹੈ, ਅੱਗੇ ਜਿਹੜਾ ਸਾਡਾ ਅਰਥ ਅਲੰਕਾਰ ਹੈ ਉਸ ਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ, ਜਾਂ ਸੋਈ ਸਰਵਰ ਢੂੰਡ ਲੈ ਜਿੱਥੋਂ ਲੱਭੇ ਵੱਤ, ਛੱਪੜ ਢੂੰਡੇ ਕਿਆ ਮਿਲਿਆ ਚਿੱਕੜ ਡੂਬੇ ਹੱਥ। ਜਦੋਂ ਅਸੀਂ ਇਹਦੇ ਵਿੱਚ ਦੋ ਚੀਜ਼ਾਂ ਲੈ ਲੈਂਦੇ ਹਾਂ, ਇੱਕ ਨੂੰ ਅਸੀਂ ਕਹਿੰਦੇ ਆ ਅਰਥ ਅਲੰਕਾਰ ਦੇ ਵਿੱਚ ਉਪਮਾ ਅਤੇ ਦੂਸਰੇ ਨੂੰ ਅਸੀਂ ਆਖਦੇ ਹਾਂ ਰੂਪਕ। ਉਪਮਾ ਉਹ ਹੁੰਦੀ ਹੈ ਜਿਸ ਦੀ ਕਿਸੇ ਦੂਸਰੇ ਵਰਤਾਰੇ ਨਾਲ ਤੁਲਨਾ ਕੀਤੀ ਜਾਵੇ, ਰੂਪਕ ਉਹ ਹੁੰਦਾ ਹੈ ਜਿਸ ਦੀ ਤੁਲਨਾ ਕੀਤੀ ਜਾਵੇ। ਫਿਰ ਮੈਂ ਜਪਜੀ ਸਾਹਿਬ ਚੋਂ ਐਗਜ਼ਾਮਪਲ ਦੇ ਕੇ ਗੱਲ ਸਪਸ਼ਟ ਕਰਦਾ ਹਾਂ। ਜਪਜੀ ਸਾਹਿਬ ਦੇ ਅੰਤ ਦੇ ਵਿੱਚ ਸ਼ਲੋਕ ਆਉਂਦੇ ਆ, ਉਸ ਸ਼ਲੋਕ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਉੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਇਹਨਾਂ ਨੂੰ ਰੂਪ ਦੇਤਾ ਇੱਕ ਦੂਸਰੇ ਦਾ। ਇਸ ਕਰਕੇ ਇਸ ਕਿਸਮ ਦੇ ਜਿਹੜੇ ਅਰਥ ਨੂੰ ਸਪਸ਼ਟ ਕਰਨ ਵਾਲੀ ਗੱਲ ਨੂੰ ਅਸੀਂ ਰੂਪਕ ਜਿਹੜਾ ਅਲੰਕਾਰ ਹੈ ਉਸ ਦੇ ਅੰਤਰਗਤ ਰੱਖਦੇ ਆ। ਇਹਨਾਂ ਦੇ ਵਿੱਚ ਅੱਗੇ ਦੋ ਚੀਜ਼ਾਂ ਆ ਜਾਂਦੀਆਂ। ਜਦੋਂ ਅਸੀਂ ਪਵਨ ਗੁਰੂ ਕਹਿੰਦੇ ਆ, ਜਿਹੜਾ ਪਵਨ ਹੈ ਉਹ ਉਪਮੇय ਬਣ ਜਾਂਦਾ ਹੈ, ਤੇ ਜਿਹੜੀ ਅੱਗੇ ਪਵਨ ਗੁਰੂ ਉਪਮਾਨ ਬਣ ਜਾਂਦਾ ਹੈ। ਜਿਸ ਚੀਜ਼ ਦੀ ਤੁਲਨਾ ਕੀਤੀ ਜਾ ਰਹੀ ਹੈ, ਜਿਸ ਵਰਤਾਰੇ ਨਾਲ ਤੁਲਨਾ ਕੀਤੀ ਜਾ ਰਹੀ ਹੈ, ਇਹ ਅਲੰਕਾਰ ਦੀਆਂ ਅਗਲੀਆਂ ਕੋਟੀਆਂ ਬਣ ਜਾਂਦੀਆਂ ਉਪਮਾਨ ਤੇ ਉਪਮਾ। ਹਾਂਜੀ, ਜਿਹੜਾ ਸਾਡਾ ਅਰਥ ਅਲੰਕਾਰ ਹੈ ਇਹਦੇ ਚ ਉਪਮਾ ਤੇ ਰੂਪਕ ਦੋ ਕਿਸਮ ਦੇ ਅਸੀਂ ਪ੍ਰਬੰਧ ਵਰਤਦੇ ਆ। ਜਿਸ ਵਰਤਾਰੇ ਦੀ ਤੁਲਨਾ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਉਪਮਾ ਕਹਿੰਦੇ ਆ, ਜਿਸ ਦਾ ਰੂਪ ਉਸ ਨੂੰ ਦਿੱਤਾ ਜਾ ਰਿਹਾ ਹੈ ਉਸ ਨੂੰ ਅਸੀਂ ਰੂਪਕ ਆਖਦੇ ਆ, ਜਿਸ ਵਰਤਾਰੇ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਉਹਨੂੰ ਅਸੀਂ ਉਪਮੇय ਆਖਦੇ ਆ, ਜਿਸ ਦੇ ਨਾਲ ਜਿਵੇਂ ਉਸ ਦਾ ਮੁਖੜਾ ਚੰਦ ਵਰਗਾ ਸੁੰਦਰ ਸੀ। ਜਿਹੜਾ ਚੰਦ ਹੈ ਉਹ ਕੀ ਹੈ, ਉਹ ਉਪਮੇय ਹੈ। ਜਿਸ ਚੀਜ਼ ਦੀ ਤੁਲਨਾ ਕੀਤੀ ਜਾ ਰਹੀ ਹੈ ਮੁਖੜੇ ਦੀ, ਉਹ ਉਪਮਾਨ ਹੈ। ਇਸ ਕਰਕੇ ਇਹ ਅਰਥ ਅਲੰਕਾਰ ਦੇ ਵਿੱਚ ਅਸੀਂ ਇਸ ਨੂੰ ਇਸ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਤੀਸਰੀ ਜਿਹੜੀ ਕੋਟੀ ਅਲੰਕਾਰ ਦੀ ਬਣਦੀ ਹੈ ਉਸ ਨੂੰ ਅਸੀਂ ਸ਼ਬਦਾਰਥ ਅਲੰਕਾਰ ਕਹਿੰਦੇ ਹਾਂ, ਜਿੱਥੇ ਸ਼ਬਦ ਅਤੇ ਅਰਥ ਦਾ ਸੰਗਮ ਹੋ ਜਾਂਦਾ ਹੈ। ਦੋਵੇਂ ਚੀਜ਼ਾਂ ਮਿਲ ਕੇ ਅਰਥ ਨੂੰ ਸਪਸ਼ਟ ਕਰਦੀਆਂ, ਰਚਨਾ ਦੀ ਖੂਬਸੂਰਤੀ ਵਿੱਚ ਵਾਧਾ ਕਰਦੀਆਂ, ਉਸ ਨੂੰ ਅਸੀਂ ਸ਼ਬਦਾਰਥ ਅਲੰਕਾਰ ਕਹਿੰਦੇ ਹਾਂ। ਇਹਦੀ ਫਿਰ ਮੈਂ ਐਗਜ਼ਾਮਪਲ ਤੁਹਾਨੂੰ ਗੁਰਬਾਣੀ ਵਿੱਚੋਂ ਹੀ ਦੇ ਕੇ ਅਰਥ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਫਾਰ ਐਗਜ਼ਾਮਪਲ 4 ਸ਼ਬਦ ਹੈ, ਮਨ ਜੀਤੇ ਜਗਜੀਤ। ਇਸ ਦੇ ਵਿੱਚ ਕੀ ਹੈ, ਸ਼ਬਦਾਂ ਦਾ ਭਾਵ ਵੀ ਕਾਵਕ ਹੈ, ਉਸ ਦੇ ਨਾਲ ਅਰਥਾਂ ਦਾ ਭਾਵ ਵੀ ਕਾਵਕ ਹੈ। ਜਦੋਂ ਸ਼ਬਦ ਅਤੇ ਅਰਥ ਦੋਨਾਂ ਦਾ ਭਾਵ ਕਾਵਕ ਹੋ ਕੇ ਕਿਸੇ ਰਚਨਾ ਦੀ ਸੁੰਦਰਤਾ ਵਿੱਚ, ਵਿਚਾਰਾਂ ਨੂੰ ਪੇਸ਼ ਕਰਨ ਦੀ ਤੀਖਣਤਾ ਵਿੱਚ, ਵਿਚਾਰਾਂ ਨੂੰ ਸਪਸ਼ਟ ਕਰਨ ਦੇ ਵਿੱਚ ਉਸ ਰਚਨਾ ਦੀ ਸਹਾਇਤਾ ਕਰੇ, ਉਸ ਨੂੰ ਅਸੀਂ ਕਹਿੰਦੇ ਆ ਕਿ ਉਹ ਸ਼ਬਦਾਰਥ ਅਲੰਕਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਇਸ ਪ੍ਰਕਾਰ ਅਸੀਂ ਇਸ ਨੂੰ ਸਮਝ ਸਕਦੇ ਹਾਂ। ਭਾਵ ਕਿ ਜਿਹਦੇ ਵਿੱਚ ਅਰਥ ਵੀ ਹੈ ਤੇ ਜਿਸ ਦੇ ਵਿੱਚ ਅਰਥ ਅਲੰਕਾਰ ਵੀ ਹੈ ਤੇ ਸ਼ਬਦ ਅਲੰਕਾਰ। ਬਿਲਕੁਲ ਬਿਲਕੁਲ, ਦੋਨਾਂ ਦੀ ਸਹਿ ਹੋਂਦ ਹੈ ਜਿਹਦੇ ਵਿੱਚ। ਠੀਕ ਆ। ਤੇ ਸਰ ਅਸੀਂ ਜਦੋਂ ਇਹਨਾਂ ਦਾ ਜਿਹੜਾ ਇੱਕ ਅਲੰਕਾਰ ਆ, ਇਹਨਾਂ ਦਾ ਪ੍ਰਯੋਜਨ ਮੁੱਖ ਤੌਰ ਤੇ ਕੀ ਹੈ ਜੀ? ਬਿਲਕੁਲ, ਬਹੁਤ ਅੱਛੀ ਗੱਲ ਹੈ, ਕਿਉਂਕਿ ਸਾਹਿਤ ਦੇ ਵਿੱਚ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪ੍ਰਯੋਜਨ ਮੁਕਤ ਸਾਹਿਤ ਨਹੀਂ ਹੁੰਦਾ। ਸੰਸਕ੍ਰਿਤ ਦੇ ਵਿੱਚ ਸਾਰੇ ਸਾਹਿਤ ਦੇ, ਇੱਥੇ ਅਸੀਂ ਅਲੰਕਾਰ ਦੇ ਪ੍ਰਯੋਜਨ ਦੀ ਗੱਲ ਕੀਤੀ ਹੈ, ਉਹਨਾਂ ਨੇ ਸਾਰੇ ਸਾਹਿਤ ਦੇ 4 ਪ੍ਰਯੋਜਨ ਮੰਨੇ ਹੈ, ਧਰਮ, ਅਰਥ, ਕਾਮ ਤੇ ਮੋਕਸ਼। ਉਹ ਕਹਿੰਦੇ ਇਹ 4 ਪ੍ਰਯੋਜਨ ਹੁੰਦੇ ਆ ਸਾਹਿਤ ਦੇ। ਪ੍ਰਯੋਜਨ ਦਾ ਭਾਵ ਇਹ ਹੁੰਦਾ ਹੈ ਕਿ ਕੋਈ ਵਿਅਕਤੀ ਕਿਸੇ ਰਚਨਾ ਦੀ ਸਿਰਜਣਾ ਕਿਉਂ ਕਰਦਾ। ਇਸੇ ਤਰੀਕੇ ਨਾਲ ਅਲੰਕਾਰ ਦੇ ਪ੍ਰਯੋਜਨ ਦਾ ਮਤਲਬ ਇਹ ਹੈ ਕਿ ਕੋਈ ਰਚਨਾਕਾਰ ਆਪਣੀ ਰਚਨਾ ਦੇ ਵਿੱਚ ਜਿਹੜਾ ਅਲੰਕਾਰ ਹੈ ਉਸ ਦੀ ਵਰਤੋਂ ਕਿਉਂ ਕਰਦਾ। ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਮੈਂ ਜੇ ਨਾਵਾਂ ਦੀ ਗਿਣਤੀ ਵਿੱਚ ਨਾ ਜਾਵਾਂ, ਬਹੁਤ ਸਾਰੇ ਚਿੰਤਕਾਂ ਨੇ ਅਲੱਗ-ਅਲੱਗ ਤਰੀਕੇ ਨਾਲ ਰਚਨਾ ਦੇ ਪ੍ਰਯੋਜਨ ਅਲੱਗ-ਅਲੱਗ ਦੱਸੇ ਹੋਏ ਹੈ। ਕੁਝ ਸਾਡੇ ਚਿੰਤਕ ਇਹ ਕਹਿੰਦੇ ਹੈ ਕਿ ਕਾਵ ਸੋਹਜ ਦੇ ਵਿੱਚ ਵਾਧਾ ਕਰਨਾ ਅਲੰਕਾਰ ਦਾ ਪ੍ਰਮੁੱਖ ਪ੍ਰਯੋਜਨ ਹੁੰਦਾ। ਕੁਝ ਸਾਡੇ ਚਿੰਤਕ ਇਹ ਕਹਿੰਦੇ ਹੈ ਕਿ ਰਚਨਾ ਦੇ ਵਿੱਚ ਚਮਤਕਾਰੀ ਸ਼ੈਲੀ ਲੈ ਕੇ ਆਉਣਾ, ਉਹ ਬੁਨਿਆਦੀ ਤੌਰ ਤੇ ਕਿਸੇ ਵੀ ਰਚਨਾ ਦਾ ਪ੍ਰਯੋਜਨ ਹੁੰਦਾ ਹੈ। ਕੁਝ ਇਹ ਕਹਿੰਦੇ ਆ ਕਿ ਰਚਨਾ ਦੇ ਵਿੱਚ ਪੇਸ਼ ਹੋਏ ਭਾਵਾਂ ਨੂੰ ਚਮਤਕਾਰੀ ਸਰੂਪ ਦੇਣਾ,
ਤਾਂ ਕਿ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਦੂਸਰੇ ਵਿਅਕਤੀ ਤੱਕ ਪਹੁੰਚਣ। ਇਹ ਜਿਹੜਾ ਹੈਗਾ ਅਲੰਕਾਰ ਦਾ ਪ੍ਰਮੁੱਖ ਪ੍ਰਯੋਜਨ ਮੰਨਿਆ ਜਾਂਦਾ ਹੈ। ਇਸ ਕਰਕੇ ਪ੍ਰਮੁੱਖ ਤੌਰ ਤੇ ਜਿਹੜਾ ਅਲੰਕਾਰ ਦਾ ਪ੍ਰਯੋਜਨ ਹੈ, ਅਲੰਕਾਰ ਰਚਨਾ ਦੇ ਵਿੱਚ ਲੈ ਕੇ ਆਉਣ ਦਾ ਮਹਾਤਮ ਹੈ, ਉਦੇਸ਼ ਹੈ, ਉਹ ਇਹ ਹੈ ਕਿ ਰਚਨਾ ਦਾ ਇੱਕ ਪਾਸੇ ਸੋਹਜ ਚ ਵਾਧਾ ਹੋਵੇ, ਇੱਕ ਪਾਸੇ ਰਚਨਾ ਦੀ ਪੇਸ਼ਕਾਰੀ ਦਾ ਢੰਗ, ਜਿਹਨੂੰ ਸ਼ੈਲੀ ਕਿਹਾ ਜਾਂਦਾ ਹੈ, ਉਹ ਇਹੋ ਜਿਹੀ ਚਮਤਕਾਰੀ ਜਾਂ ਅਲੋਕਾਰੀ ਬਣ ਜੇ ਕਿ ਸੁਣਨ ਵਾਲੇ ਉਹਨੂੰ ਪਸੰਦ ਕਰਨ। ਕਿਉਂਕਿ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਗੀਤ, ਬਹੁਤ ਸਾਰੀਆਂ ਲੋਕ ਬੋਲੀਆਂ, ਬਹੁਤ ਸਾਰੀਆਂ ਹੋਰ ਚੀਜ਼ਾਂ ਅਸੀਂ ਦੇਖਦੇ ਹਾਂ, ਉਹਨਾਂ ਦੇ ਅਰਥਾਂ ਨੂੰ ਚਮਤਕਾਰੀ ਬਣਾਉਣ ਦੇ ਵਾਸਤੇ ਜਦੋਂ ਉਸ ਦੇ ਵਿੱਚ ਵੱਖ-ਵੱਖ ਕਿਸਮ ਦੇ ਮਤਲਬ ਅਲੰਕਾਰ ਵਰਤੇ ਜਾਂਦੇ ਆ, ਉਹਦੇ ਨਾਲ ਰਚਨਾ ਦੀ ਖੂਬਸੂਰਤੀ ਵਿੱਚ ਬਹੁਤ ਵਾਧਾ ਹੁੰਦਾ ਹੈ। ਇਸ ਕਰਕੇ ਜਿਹੜੇ ਅਲੰਕਾਰ ਹੈ ਉਹਨਾਂ ਨੂੰ ਕੋਈ ਰਚਨਾਕਾਰ ਆਪਣੀ ਰਚਨਾ ਦਾ ਹਿੱਸਾ ਬਣਾਉਂਦਾ ਹੈ ਜੀ। ਤੇ ਜਿਹੜੀ ਸਰ ਫਿਰ ਸਪਸ਼ਟਤਾ, ਉਸ ਦੇ ਬਾਰੇ ਕੀ ਕਹੋਗੇ ਜੀ ਅਲੰਕਾਰ ਦੇ ਵਿੱਚ? ਬਿਲਕੁਲ, ਜਿਹੜੇ ਅਲੰਕਾਰ ਦੇ ਵਿੱਚ ਅੱਗਿਓਂ ਉਹਦੇ ਕੁਝ ਹੋਰ ਆਪਾਂ ਕਹੀਏ ਕਿ ਪ੍ਰਯੋਜਨ ਵੀ ਮੰਨੇ ਜਾਂਦੇ ਆ। ਕਿਸੇ ਵੀ ਰਚਨਾ ਦਾ ਜਿਹੜਾ ਸਭ ਤੋਂ ਮੂਲ ਗੁਣ ਉਹ ਹੁੰਦਾ ਹੈ ਕਿ ਉਹਦੇ ਵਿੱਚ ਅਰਥ ਸਪਸ਼ਟ ਹੋਣ। ਜੇ ਰਚਨਾਕਾਰ ਨੂੰ ਸਹਿਜ ਰੂਪ ਦੇ ਵਿੱਚ ਰਚਨਾ ਦੇ ਅਰਥ ਸਮਝ ਨਹੀਂ ਆਉਂਦੇ ਤਾਂ ਅਸੀਂ ਇਹ ਕਹਿੰਦੇ ਆ ਕਿ ਉਹ ਅਰਥ ਸੰਚਾਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਹੋਈ ਮੰਨੀ ਜਾਂਦੀ ਹੈ। ਜਿਸ ਤਰੀਕੇ ਨਾਲ ਸਾਡੇ ਕੋਲੇ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਦੀ ਰਚਨਾ ਪੜ੍ਹਦੇ ਹਾਂ, ਉਹਨਾਂ ਦੀ ਅਲੰਕਾਰ ਤੇ ਸਹਿਜ ਅਤੇ ਸਪਸ਼ਟ ਭਾਸ਼ਾ ਤੇ ਬਹੁਤ ਪਕੜ ਹੈ। ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਇਸ ਤਰੀਕੇ ਦੀਆਂ ਗੱਲਾਂ ਜਦੋਂ ਉਹ ਕਰਦੇ ਆ, ਜਾਂ ਸਾਡੀ ਵਾਰਸ ਦੀ ਜਿਹੜੀ ਸ਼ੈਲੀ ਹੈ ਜਦੋਂ ਅਲੰਕਾਰ ਵਰਤਦੇ ਆ, ਉਹ ਬਹੁਤ ਸਪਸ਼ਟ ਰੂਪ ਦੇ ਵਿੱਚ ਆਪਣੀ ਗੱਲ ਕਹਿੰਦੇ ਆ। ਵਾਰੇ ਸ਼ਾਹ ਛਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਸ਼ਾਹ ਮੁਹੰਮਦਾ ਜੇ ਨੈਣਾ ਦਾ ਦਾਅ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ। ਇਸੇ ਤਰੀਕੇ ਨਾਲ ਸ਼ਾਹ ਹੁਸੈਨ ਦੀ ਰਚਨਾ ਦੇ ਵਿੱਚ ਸੱਜਣ ਦੇ ਹੱਥ ਬਾਂਹ ਸਾਡੀ ਕਿਉਂ ਕਰ ਆਖਾਂ ਛੱਡ ਵੇੜਿਆ, ਪੋਸਤੀਆਂ ਦੇ ਪੋਸਤ ਵਾਂਗੂ ਤੇਰਾ ਇਸ਼ਕ ਪਿਆ ਸਾਡੇ ਹੱਡ ਵੇੜਿਆ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ, ਉਹਨਾਂ ਨੂੰ ਜਦੋਂ ਅਸੀਂ ਲੈਂਦੇ ਆ ਤਾਂ ਰਚਨਾ ਦੇ ਅਰਥ ਸਪਸ਼ਟ ਕਰਨ ਦੀ ਇੱਕ ਵਿਧੀ ਹੈ। ਜਦੋਂ ਰਚਨਾ ਦੇ ਅਰਥ ਬਹੁਤ ਅੱਛੇ ਤਰੀਕੇ ਨਾਲ ਸਪਸ਼ਟ ਹੋਣ, ਉਸ ਨੂੰ ਅਸੀਂ ਕਹਿੰਦੇ ਆ ਕਿ ਅਲੰਕਾਰ ਦੀ ਸਪਸ਼ਟਤਾ ਵਾਲਾ ਗੁਣ ਹੈ ਜੀ। ਤੇ ਸਰ ਇਸ ਦੇ ਪ੍ਰਯੋਜਨ ਦੇ ਵਿੱਚ ਹੀ ਫਿਰ ਅਸੀਂ ਗੱਲ ਕਰੀਏ ਤਾਂ ਪ੍ਰਭਾਵਸ਼ੀਲਤਾ, ਰਮਣੀਕਤਾ, ਇਸ ਦੇ ਬਾਰੇ? ਬਿਲਕੁਲ ਬਿਲਕੁਲ, ਰਚਨਾ ਦਾ ਪ੍ਰਭਾਵਸ਼ਾਲੀ ਹੋਣਾ, ਜਿਹੜਾ ਰਚਨਾ ਨੂੰ ਸੁਣਨ ਵਾਲਾ ਹੈ, ਰਚਨਾ ਨੂੰ ਸਮਝਣ ਵਾਲਾ ਹੈ, ਉਸ ਤੇ ਉਹਦਾ ਕਿਸ ਕਿਸਮ ਦਾ ਅਸਰ ਪੈਂਦਾ ਹੈ, ਉਸ ਦੀ ਇਹਦੇ ਨਾਲ ਹੀ ਜੁੜੀ ਹੋਈ ਗੱਲ ਉਹਦੀ ਰਮਣੀਕਤਾ ਹੈ। ਵਾਂਗਾ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ। ਇਸ ਤਰੀਕੇ ਦੀਆਂ ਜਦੋਂ ਰਚਨਾ ਦੇ ਵਿੱਚ ਅਸੀਂ ਸੰਜੋਏ ਹੋਏ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਉਹਦੇ ਨਾਲ ਰਚਨਾ ਦੀ ਖੂਬਸੂਰਤੀ, ਰਚਨਾ ਦੀ ਆਭਾ, ਬਹੁਤ ਸਾਰੇ ਜਿਹੜੇ ਸ਼ਬਦ ਹੈ ਤੁਹਾਡੇ ਸਹਿਜ ਰੂਪ ਦੇ ਵਿੱਚ ਆਪ ਮੁਹਾਰੇ ਯਾਦ ਰਹਿ ਜਾਂਦੇ ਆ। ਬਹੁਤ ਸਾਰੇ ਗੀਤਾਂ ਦੀਆਂ ਧੁਨਾਂ ਨੂੰ ਲੋਕ ਅਕਸਰ ਗੁਣਗੁਣਾਉਂਦੇ ਰਹਿੰਦੇ ਆ। ਉਹਦਾ ਕਾਰਨ ਇਹ ਹੁੰਦਾ ਹੈ ਕਿ ਉਹਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ, ਬਹੁਤ ਹੀ ਰਮਣੀਕ ਤਰੀਕੇ ਨਾਲ ਜਿਹੜਾ ਉਹ ਅਲੰਕਾਰ ਅਲੰਕ੍ਰਿਤ ਰੂਪ ਦੇ ਵਿੱਚ ਸ਼ਬਦਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜੀ। ਤੇ ਇਸੇ ਇਹਨਾਂ ਦੇ ਵਾਂਗ ਹੀ ਸਰ ਜਿਹੜੀ ਇਸ ਦੇ ਵਿੱਚ ਸੂਖਮਤਾ ਦੀ ਗੱਲ ਆ, ਤੀਬਰਤਾ ਦੀ ਆ, ਸੰਘਣਾ ਪਾਣਾ, ਇਹ ਵੀ ਇਸ ਦੇ ਪ੍ਰਯੋਜਨ ਵਿੱਚ ਆ ਜਾਂਦਾ? ਬਿਲਕੁਲ, ਜਿੱਥੋਂ ਤੱਕ ਭਾਵਾਂ ਦੇ ਸੂਖਮ ਹੋਣ ਦੀ ਗੱਲ ਹੈ, ਅਸੀਂ ਜਦੋਂ ਨਵੇਂ ਸ਼ਾਇਰਾਂ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਸੁਰਜੀਤ ਪਾਤਰ ਦੀ ਰਚਨਾ ਵਿੱਚ ਬਹੁਤ ਕਿਸਮ ਦੀ ਸੰਵੇਦਨਾਤਮਕ ਸੂਖਮਤਾ ਸਾਨੂੰ ਦੇਖਣ ਨੂੰ ਮਿਲਦੀ ਹੈ। ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਹਾਂ, ਬਿਰਖ ਵਾਲੀ ਹਾਂ ਬਣ ਕੇ, ਇਸ ਕਿਸਮ ਦੀਆਂ ਜਿਹੜੀਆਂ ਬਹੁਤ ਸੂਖਮ ਚੀਜ਼ਾਂ ਉਹ ਰਚਨਾ ਦੇ ਵਿੱਚ ਪੇਸ਼ ਹੁੰਦੀਆਂ। ਤੀਬਰਤਾ ਦਾ ਮਤਲਬ ਹੁੰਦਾ ਕਿ ਬਹੁਤ ਤਿੱਖੇ ਤਰੀਕੇ ਨਾਲ, ਇਸ ਤਰੀਕੇ ਨਾਲ ਸ਼ਾਹ ਮੁਹੰਮਦ ਵਾਰ-ਵਾਰ ਕਹਿੰਦਾ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ। ਤਿੱਖੇ ਤਰੀਕੇ ਨਾਲ ਆਪਣੀ ਸ਼ਬਦੀ ਪ੍ਰਹਾਰ ਕਰਦਾ ਹੈ ਜਿਹੜਾ ਦੂਸਰੇ ਬੰਦੇ ਦੇ ਜ਼ਿਹਨ 'ਚ ਚਲਾ ਜਾਂਦਾ ਹੈ। 100 ਸਾਲ ਤੋਂ ਵੀ ਵੱਧ ਸਮਾਂ ਲੰਘਣ ਦੇ ਬਾਵਜੂਦ ਵੀ ਉਹ ਰਚਨਾ ਸਾਡੇ ਤੇ ਅਸਰ ਕਰਦੀ ਹੈ। ਇਸ ਕਰਕੇ ਉਹ ਰਚਨਾ ਦੇ ਅਰਥ ਨੂੰ ਇੱਕ ਪਾਸੇ ਸੰਘਣਾ ਕਰਦੀ ਹੈ, ਰਚਨਾ ਦੇ ਭਾਵਾਂ ਨੂੰ ਤੀਖਣ ਕਰਦੀ ਹੈ, ਪ੍ਰਭਾਵ ਨੂੰ ਵੱਧ ਕਰਦੀ ਹੈ। ਇਹ ਸ਼ਬਦ ਦੇ ਮਾਧਿਅਮ ਰਾਹੀਂ ਅਲੰਕਾਰ ਨੂੰ ਵਰਤ ਕੇ ਜਦੋਂ ਕਵੀ ਆਪਣੇ ਭਾਵਾਂ ਨੂੰ ਬਹੁਤ ਹੀ ਸੂਖਮ ਤੇ ਸੁਹਜਮਈ ਤਰੀਕੇ ਨਾਲ ਅੱਗੇ ਪੇਸ਼ ਕਰਦਾ ਹੈ ਤਾਂ ਇਹ ਵੀ ਅਲੰਕਾਰ ਦਾ ਪ੍ਰਮੁੱਖ ਪ੍ਰਯੋਜਨ ਮੰਨਿਆ ਜਾਂਦਾ ਹੈ ਜੀ। ਸਰ ਆਖਰ ਦੇ ਵਿੱਚ ਸਜਾਵਟ, ਸਮੂਰਤੀ ਤੇ ਸਚਿੱਤਰਤਾ, ਇਹ ਵੀ ਪ੍ਰਯੋਜਨਾਂ ਦੇ ਵਿੱਚ ਹੈ ਜੀ? ਬਿਲਕੁਲ, ਰਚਨਾ ਨੂੰ ਸਜਾਉਣਾ ਜਿਹੜਾ ਹੈ ਸ਼ਬਦ ਦੇ ਮਾਧਿਅਮ ਰਾਹੀਂ, ਕਿਸੇ ਵੀ ਕਵੀ ਦੀ ਇਹ ਪ੍ਰਮੁੱਖਤਾ ਹੁੰਦੀ ਹੈ।
ਉਹ ਆਪਣੀ ਰਚਨਾ ਦੇ ਵਿੱਚ ਆਪਣੀ ਗੱਲ, ਆਪਣਾ ਵਿਚਾਰ ਵੀ ਕਹਿ ਰਿਹਾ ਹੂੰ ਤੇ ਉਸ ਰਚਨਾ ਦੀ ਖੂਬਸੂਰਤੀ ਨੂੰ ਵੀ ਖਿੰਡਣ ਨਹੀਂ ਦੇ ਰਿਹਾ। ਹੂੰ ਜਿਸ ਤਰੀਕੇ ਨਾਲ ਮੈਂ ਜੇ ਇੱਥੇ ਬਾਬੂ ਰਜਵਲੀ ਦੀ ਐਗਜ਼ਾਮਪਲ ਦੇਵਾਂ, ਹੂੰ ਉਹ ਜਦੋਂ ਵਾਰ-ਵਾਰ ਕਹਿੰਦਾ ਆਵੇ ਵਤਨ ਪਿਆਰਾ ਚੇਤੇ ਜਾਂ ਖਿੱਚ ਪਾਉਣ ਮੁਹੱਬਤਾਂ ਜੀ, ਜਿਹੜਾ ਇਹ ਸ਼ਬਦ ਹੈ ਇਹ ਚ ਸੋਹਜ ਵੀ ਹੈ, ਆਪਣੇ ਮੁਲਕ ਤੋਂ ਵਿਛੜੇ ਹੋਣ ਦਾ ਦਰਦ ਵੀ ਹੈ, ਹੂੰ ਇਸ ਦੇ ਵਿੱਚ ਕਵੀ ਦਾ ਭਾਵ ਵੀ ਹੈ। ਜਦੋਂ ਸਾਰੀਆਂ ਚੀਜ਼ਾਂ ਨੂੰ ਸਮੋ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਅਸੀਂ ਇਹ ਕਹਿੰਦੇ ਆ ਕਿ ਉਹਦੇ ਵਿੱਚ ਸੁਹਜ ਵੀ ਆ ਗਿਆ, ਰਮਨੀਕਤਾ ਵੀ ਆ ਗਈ ਤੇ ਉਸ ਰਚਨਾ ਦੇ ਵਿੱਚ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੀ ਤੀਖਣਤਾ ਵੀ ਆ ਗਈ। ਇਸ ਕਰਕੇ ਅਸੀਂ ਜਿਹੜਾ ਸਮੁੱਚੇ ਤੌਰ ਤੇ ਜੇ ਅਲੰਕਾਰ ਦੇ ਪ੍ਰਯੋਜਨ ਦੀ ਗੱਲ ਕਰੀਏ ਤਾਂ ਅਲੰਕਾਰ ਜਿੱਥੇ ਇੱਕ ਪਾਸੇ ਕਾਵ ਸੋਹਜ ਵਿੱਚ ਵਾਧਾ ਕਰਦਾ ਹੈ, ਦੂਸਰੇ ਪਾਸੇ ਚਮਤਕਾਰੀ ਸ਼ੈਲੀ ਨੂੰ ਪੇਸ਼ ਕਰਦਾ ਹੈ, ਤੀਸਰੇ ਪਾਸੇ ਉਹ ਭਾਵਾਂ ਨੂੰ ਉਚੇਰੇ ਪੱਧਰ ਤੇ ਲੈ ਕੇ ਜਾਂਦਾ ਹੈ। ਇਹਦੇ ਨਾਲ ਹੀ ਅਸੀਂ ਕਹਿੰਦੇ ਆ ਸਪਸ਼ਟਤਾ ਦਿੰਦਾ ਹੈ, ਰਮਨੀਕਤਾ ਦਿੰਦਾ ਹੈ, ਸੂਖਮਤਾ ਦਿੰਦਾ ਹੈ, ਤੀਵਰਤਾ ਦਿੰਦਾ ਹੈ, ਸੋਹਜ ਵਿੱਚ ਵਾਧਾ ਕਰਦਾ ਹੈ। ਇਹ ਸਾਰੀਆਂ ਗੱਲਾਂ ਕਿਸੇ ਰਚਨਾ ਦੀ ਪੇਸ਼ਕਾਰੀ ਦਾ ਆਧਾਰ ਬਣਦੀਆਂ, ਉਹਦੇ ਸ਼ਬਦ ਨੂੰ ਸਪਸ਼ਟ ਕਰਦੀਆਂ, ਅਰਥ ਨੂੰ ਸਪਸ਼ਟ ਕਰਦੀਆਂ, ਸ਼ਬਦ ਤੇ ਅਰਥ ਦੇ ਸੰਘਣੇਪਣ ਨੂੰ ਅੱਗੇ ਲੈ ਕੇ ਜਾਂਦੀਆਂ। ਇਹ ਸਾਰੀਆਂ ਗੱਲਾਂ ਨੂੰ ਅਸੀਂ ਅਲੰਕਾਰ ਵਿਧਾਨ ਦੇ ਅੰਤਰਗਤ ਰੱਖ ਕੇ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਵੱਖ-ਵੱਖ ਕਵੀ ਆਪਣੀ ਰਚਨਾ ਵਿੱਚ, ਆਪਣੀ ਰਚਨਾ ਦਾ ਆਧਾਰ ਹੈ ਜਿਹੜਾ ਉਹ ਆਪਣੇ ਪਾਠਕਾਂ ਦੇ ਮਨ ਦੇ ਵਿੱਚ ਬਿਹਤਰ ਕਰਨ ਵਾਸਤੇ, ਸੁਣਨ ਵਾਲਿਆਂ ਦੇ ਮਨ ਦੇ ਵਿੱਚ ਤੀਖਣ ਕਰਨ ਵਾਸਤੇ ਵਰਤਦੇ ਆ। ਇਹ ਸਾਰੇ ਨੂੰ ਅਸੀਂ ਇਸ ਆਧਾਰ ਤੇ ਵਿਚਾਰ ਸਕਦੇ ਹਾਂ ਜੀ। ਤੇ ਸਰ ਤੁਸੀਂ ਭਾਰਤੀ ਕਾਵਿ ਸ਼ਾਸਤਰ ਦੇ ਅਲੰਕਾਰ ਸਿਧਾਂਤ ਬਾਰੇ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਧੰਨਵਾਦ ਸਰ। ਧੰਨਵਾਦ ਡਾਕਟਰ ਗਿੰਦਰ ਸਿੰਘ। ਤੇ ਪਿਆਰੇ ਦਰਸ਼ਕੋ, ਜਿਵੇਂ ਆਪਾਂ ਅਲੰਕਾਰ ਬਾਰੇ ਸਰ ਹੋਰਾਂ ਤੋਂ ਜਾਣਕਾਰੀ ਹਾਸਲ ਕੀਤੀ, ਇਸ ਦੇ ਕਿਹੜੇ ਰੂਪ ਆ, ਕਿਹਨਾਂ ਦਾ ਦਿੱਤਾ ਹੋਇਆ ਸਿਧਾਂਤ ਆ ਜਾਂ ਇਸ ਦੇ ਪ੍ਰਯੋਜਨ ਕੀ ਆ, ਤੇ ਉਮੀਦ ਆ ਇਹ ਵੀਡੀਓ ਵੀ ਤੁਹਾਡੇ ਲਈ ਲਾਹੇਵੰਦ ਸਿੱਧ ਹੋਵੇਗੀ। ਬਹੁਤ ਧੰਨਵਾਦ।